ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਅੱਜ ਦੀ ਵੱਡੀ ਖਬਰ ਤੁਸੀਂ ਜਾਣਦੇ ਹੋ ਕਿ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਦੇ ਜੋ ਮੋਰਚੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਕਿ ਉਸ ਦਾ ਹੱਥ ਤੇ ਲੱਤ ਵੱਢ ਕੇ ਉਸ ਦੀ ਹੱਤਿਆ ਕੀਤੀ ਗਈ ਹੈ। ਉਸ ਤੇ ਦੋਸ਼ ਲਾਏ ਜਾ ਰਹੇ ਨੇ ਕਿ ਉਹ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਫੜਿਆ ਗਿਆ ਹੈ। ਉਸ ਵਿਅਕਤੀ ਦੀ ਪਛਾਣ ਵੀ ਪਤਾ ਲੱਗ ਰਿਹਾ ਕਿ ਹੋ ਗਈ ਹੈ। ਉਹਦਾ ਨਾਮ 35 ਸਾਲਾ ਲਖਬੀਰ ਸਿੰਘ ਦੱਸਿਆ ਜਾ ਰਿਹਾ, ਜੋ ਕਿ ਜ਼ਿਲ੍ਹਾ ਤਰਨਤਾਰਨ ਨਾਲ ਸੰਬੰਧਿਤ ਪਿੰਡ ਚੀਮਾ ਕਲਾਂ ਜਾਂ ਚੀਮਾ ਖੁਰਦ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਸਰਾਏ ਅਮਾਨਤ ਖਾਂ ਪੁਲਿਸ ਥਾਣੇ ਦੇ ਅਧੀਨ ਇਹ ਪਿੰਡ ਆਉਂਦਾ ਹੈ। ਨੌਜਵਾਨ ਕਲੀਨ ਸ਼ੇਵਨ ਸੀ, ਹਿੰਦੂ ਸੀ, ਸਿਰ ਤੋਂ ਮੋਨਾ ਸੀ, ਪਰ ਉਹਦਾ ਪਰਿਵਾਰਕ ਪਿਛੋਕੜ ਕੀ ਸੀ ਇਸ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਲੱਗ ਰਿਹਾ ਹੈ। ਇੰਨੀ ਕੁ ਜਾਣਕਾਰੀ ਜ਼ਰੂਰ ਮਿਲ ਰਹੀ ਹੈ ਕਿ ਉਸ ਦੇ ਮਾਤਾ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ, ਪਰ ਖਬਰ ਇਹ ਹੈ ਕਿ ਉਸ ਨੂੰ ਨਿਹੰਗ ਸਿੰਘਾਂ ਵੱਲੋਂ ਮਾਰਿਆ ਗਿਆ ਹੈ, ਜੋ ਕਿ ਦਾਅਵਾ ਵੀ ਕੀਤਾ ਜਾ ਰਿਹਾ, ਜਿਸ ਸੰਬੰਧ ਵਿੱਚ ਇੱਕ ਕਬੂਲਨਾਮਾ ਵੀ ਸਾਹਮਣੇ ਆਇਆ ਹੈ। ਦੇਸ਼ ਦੀ ਰਾਜਨੀਤੀ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ, ਇਸ ਕੇਸ ਨੂੰ ਲੈ ਕੇ, ਇਸ ਘਟਨਾ ਨੂੰ ਲੈ ਕੇ ਕਾਫੀ ਤੂਫਾਨ ਖੜਾ ਹੋ ਗਿਆ ਹੈ। ਕਿਸਾਨ ਮੋਰਚੇ ਦੇ ਉੱਤੇ, ਕਿਸਾਨ ਅੰਦੋਲਨ ਦੇ ਉੱਤੇ ਸਵਾਲ ਉੱਠ ਰਹੇ ਨੇ, ਕਿਸਾਨ ਆਗੂਆਂ ਦੇ ਉੱਤੇ ਸਵਾਲ ਉੱਠ ਰਹੇ ਨੇ ਕਿ ਉਹਨਾਂ ਦਾ ਸੰਤੁਲਨ, ਉਹਨਾਂ ਦਾ ਕੰਟਰੋਲ ਜਿਹੜਾ ਕਿਸਾਨ ਮੋਰਚੇ ਦੇ ਅੰਦੋਲਨ ਦੇ ਉੱਤੇ ਨਹੀਂ ਰਿਹਾ ਹੈ। ਪਰ ਇਸ ਦੇ ਨਾਲ ਹੀ ਖਬਰ ਦਾ ਦੂਜਾ ਪਹਿਲੂ ਇਹ ਹੈ ਕਿ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ, ਉਹ ਕੌਣ ਨੇ, ਹਾਲੇ ਇਹ ਵੀ ਸਿੱਧੇ ਤੌਰ ਤੇ ਪਛਾਣ ਨਹੀਂ ਹੋਈ ਹੈ ਕਿ ਕਿਹਨਾਂ ਨੇ ਉਸ ਦੇ ਹੱਥ ਤੇ ਬਾਂਹ ਜਾਂ ਲੱਤ ਵੱਢੀ ਹੈ, ਜਾਂ ਕਿਸ ਨੇ ਉਸ ਦੀ ਬੋਡੀ ਨੂੰ, ਡੈੱਡ ਬੋਡੀ ਨੂੰ, ਮ੍ਰਿਤਕ ਦੇਹ ਨੂੰ ਜਿਹੜਾ ਹੈਗਾ ਜਿਹੜਾ ਬੈਰੀਕੇਡ ਦੇ ਉੱਤੇ ਲਮਕਾਇਆ ਹੈ, ਤੇ ਜਿਸ ਨੂੰ ਕਿ ਪੁਲਿਸ ਬਾਅਦ ਚ ਲਾ ਕੇ ਲੈ ਕੇ ਗਈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਹੈ। ਤੇ ਪਰ ਇਸ ਗੱਲ ਦੀ ਪਛਾਣ ਜਿਹੜੀ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਉਹ ਕੌਣ ਸੀ, ਉਹ ਪੰਜਾਬ ਨਾਲ ਹੀ ਸੰਬੰਧਿਤ ਸੀ। ਦੱਸਿਆ ਜਾ ਰਿਹਾ ਕਿ ਉਹ ਸਿੱਖ ਪਰਿਵਾਰ ਵਿੱਚੋਂ ਹੀ ਸੀ, ਪਰ ਉਸ ਦਾ ਮਾਨਸਿਕ ਸੰਤੁਲਨ ਠੀਕ ਸੀ ਜਾਂ ਨਹੀਂ ਸੀ, ਜਾਂ ਇਸ ਦੇ ਪਿਛੋਕੜ 'ਚ ਕੀ ਹੈ, ਜਾਂ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ, ਜਾਂ ਕਿਸ ਕਾਰਨ ਕਰਕੇ ਇਹ ਘਟਨਾ ਵਾਪਰੀ ਹੈ, ਇਹ ਸਾਰਾ ਹਾਲੇ ਖੋਜ ਦਾ, ਜਾਂਚ ਦਾ ਵਿਸ਼ਾ ਹੈ। ਪੁਲਿਸ ਜਾਂਚ ਕਰ ਰਹੀ ਹੈ, ਦਿੱਲੀ ਪੁਲਿਸ ਜਾਂਚ ਕਰ ਰਹੀ ਹੈ ਇਸ ਸਬੰਧ ਦੇ ਵਿੱਚ। ਪਰ ਇਸ ਘਟਨਾ ਨੇ ਇੱਕ ਤਰ੍ਹਾਂ ਨਾਲ ਝੰਜੋੜ ਕੇ ਰੱਖ ਦਿੱਤਾ। ਖਾਸ ਕਰ ਤਿਉਹਾਰ ਦਾ ਦਿਨ ਹੈ, ਦੁਸ਼ਹਿਰੇ ਦਾ ਦਿਨ ਹੈ, ਲੋਕ ਤਿਆਰੀਆਂ ਕਰ ਰਹੇ ਸੀ ਤਿਉਹਾਰ ਮਨਾਉਣ ਦੀਆਂ, ਪਰ ਸਵੇਰੇ ਹੀ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਇਸ ਨਾਲ ਸੰਬੰਧਿਤ ਕੁਝ ਐਸੀਆਂ ਦਿਲ ਕੰਬਾਊ ਵੀਡੀਓਜ਼ ਜਿਹੜੀਆਂ ਵੇਖਣ ਨੂੰ ਮਿਲੀਆਂ, ਜਿਸ ਨੇ ਸਵੇਰ ਸਾਰੀ ਲੋਕਾਂ ਨੂੰ ਚਿੰਤਤ ਕਰ ਦਿੱਤਾ। ਲੋਕਾਂ ਦਾ ਸੁਖ ਚੈਨ ਜਿਹੜਾ ਹੈਗਾ ਉਹ ਖੋਹ ਲਿਆ, ਤੇ ਇਸ ਨਾਲ ਜਿਹੜਾ ਕੌਮਾਂਤਰੀ ਪੱਧਰ ਦੇ ਉੱਤੇ, ਕੌਮੀ ਪੱਧਰ ਦੇ ਉੱਤੇ ਤੇ ਖੇਤਰੀ ਪੱਧਰ ਦੇ ਉੱਤੇ ਸਾਰੇ ਮੀਡੀਆ ਨੇ ਆਪੋ ਆਪਣੇ ਪੱਧਰ ਦੇ ਉੱਤੇ ਇਸ ਖਬਰ ਨੂੰ ਨਸ਼ਰ ਕੀਤਾ ਹੈ। ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਵੀ ਨਸ਼ਰ ਕੀਤਾ ਜਾ ਰਿਹਾ ਹੈ। ਪਰ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਖਾਸ ਕਰ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਨਾ ਵਾਪਰਦੀ ਹੈ, ਜਿਸ 'ਚ ਕਿ 8 ਵਿਅਕਤੀ ਮਾਰੇ ਜਾਂਦੇ ਨੇ, ਜਿਸ 'ਚ 3 ਕਿਸਾਨ ਤੇ 1 ਪੱਤਰਕਾਰ ਤੇ ਕੁਝ ਭਾਰਤੀ ਜਨਤਾ ਪਾਰਟੀ ਦੇ ਆਗੂ ਹੁੰਦੇ ਨੇ, ਉਹ ਹਲੇ ਕੇਸ ਠੰਡਾ ਵੀ ਨਹੀਂ ਪਿਆ ਸੀ। ਉਹ ਸਿਵਿਆਂ ਦੀ ਅੱਗ ਜਿਹੜੀ ਹੈਗੀ ਆ, ਰਾਖ ਜਿਹੜੀ ਹਾਲੇ ਠੰਡੀ ਵੀ ਨਹੀਂ ਪਈ ਸੀ ਕਿ ਇੱਕ ਹੋਰ ਘਟਨਾ ਵਾਪਰ ਜਾਂਦੀ ਹੈ, ਜੋ ਭਾਵੇਂ ਕਿ ਉਸ ਵਿੱਚ ਕਿਸਾਨ ਮਾਰੇ ਗਏ ਸੀ ਜਾਂ ਹੋਰ ਲੋਕ ਮਾਰੇ ਗਏ ਸੀ, ਉਸ ਦਾ ਦੁੱਖ ਹਾਲੇ ਲੋਕਾਂ ਨੂੰ ਸੀ ਕਿ ਜਿਸ ਤਰੀਕੇ ਨਾਲ ਉਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਕਿ ਪਿੱਛੋਂ ਲਿਆ ਕੇ ਜੀਪ ਚੜਾ ਦਿੱਤੀ ਗਈ ਸੀ, ਕੌਮਾਂਤਰੀ ਪੱਧਰ ਦੇ ਉੱਤੇ ਥੂ ਹੋ ਰਹੀ ਸੀਗੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਉਸ ਤੋਂ ਵੀ ਵੱਧ ਦਿਲ ਕੰਬਾਊ ਘਟਨਾ ਸਿੰਘੂ ਬਾਰਡਰ ਤੇ ਵੇਖਣ ਨੂੰ ਮਿਲੀ ਹੈ। ਵੀਡੀਓਜ਼ ਉਸ ਤੋਂ ਵੀ ਵੱਧ, ਕਿਤੇ ਵੱਧ ਜ਼ਿਆਦਾ ਜਿਹੜੀਆਂ ਹੈਗੀਆਂ ਨੇ ਦਿਲ ਕੰਬਾਊ ਨੇ, ਚਿੰਤਤ ਕਰਨ ਵਾਲੀਆਂ ਨੇ, ਲੋਕਾਂ ਨੂੰ ਜਿਹੜਾ ਹੈਗਾ ਇਸ ਚਿੰਤਾ 'ਚ ਡੋਬਣ ਵਾਲੀਆਂ ਨੇ ਕਿ ਕੀ ਇਹ ਕਿਸ ਤਰ੍ਹਾਂ ਵਾਪਰ ਰਿਹਾ, ਕਿਸ ਤਰ੍ਹਾਂ ਹੋ ਰਿਹਾ ਹੈ। ਇਹ ਵੱਡੇ ਸਵਾਲ ਨੇ, ਪਰ ਇਸ ਦਾ ਅਸਰ ਕਿਸਾਨ ਅੰਦੋਲਨ, ਜਿਸ ਨੂੰ ਕਿ ਲਗਭਗ 1 ਸਾਲ ਹੋਣ ਜਾ ਰਿਹਾ ਹੈ, ਉਸ ਦੇ ਉੱਤੇ ਕੀ ਪਏਗਾ, ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦੇ ਸਮਿਆਂ ਦੇ ਉੱਤੇ ਜਦੋਂ ਇਸ ਤਰ੍ਹਾਂ ਦੇ ਵੱਡੇ ਅੰਦੋਲਨ ਜਿਹੜੇ ਕੌਮਾਂਤਰੀ ਪੱਧਰ ਦੇ ਉੱਤੇ ਜਿਨ੍ਹਾਂ ਦੀ 65 ਬਣੀ ਹੋਵੇ, ਜਿਨ੍ਹਾਂ ਦੀ ਰਜਿਸਟਰ ਕੀਤਾ ਹੋਵੇ, ਜਿਨ੍ਹਾਂ ਦੀ ਤਸਦੀਕ ਕੀਤੀ ਗਈ ਹੋਵੇ ਕੌਮਾਂਤਰੀ ਪੱਧਰ ਦੇ ਉੱਤੇ, ਕਹਿੰਦੇ ਕਹਾਉਂਦੇ ਦੇਸ਼ਾਂ ਨੇ, ਕਹਿੰਦੇ ਕਹਾਉਂਦੇ ਨੇਤਾਵਾਂ ਨੇ, ਲੋਕਾਂ ਨੇ, ਤਾਂ ਉਸ ਤਰ੍ਹਾਂ ਦੇ ਅੰਦੋਲਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਨੇ ਉਹ ਕੀ ਅਸਰ ਪਾਉਂਦੀਆਂ ਨੇ। ਇਸ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ। ਸਕਾਈ ਨਿਊਜ਼ ਦੇ ਨਿਊਜ਼ ਰੂਮ 'ਚ ਮੇਰੇ ਨਾਲ ਬੜੇ ਹੋਏ ਨੇ ਨਾਮਵਰ ਪੱਤਰਕਾਰ ਸਰ ਜਗਤਾਰ ਸਿੰਘ ਹੋਣੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਪਹਿਲੀ ਟਿੱਪਣੀ, ਪਹਿਲਾ ਰਿਐਕਸ਼ਨ ਤੁਸੀਂ ਕੀ ਦੇਣਾ ਚਾਹੋਗੇ? ਇਹ ਕਤਲ ਆਪਣੇ ਆਪ ਦੇ ਵਿੱਚ ਹੈਵਾਨੀਅਤ ਦਾ ਨੰਗਾ ਨਾਚ ਹੈ। ਮੈਂ ਕਾਰਨ ਦੇ ਵਿੱਚ ਨਹੀਂ ਪੈਂਦਾ ਜੀ। ਜਿਸ ਤਰ੍ਹਾਂ ਢੰਗ ਨਾਲ ਕਤਲ ਕੀਤਾ ਗਿਆ ਉਹ ਇਨਸਾਨ ਨੂੰ ਹਿਲਾ ਕੇ ਰੱਖ ਦਿੰਦਾ ਹੈ। ਕੋਈ ਵੀ ਕਾਰਨ ਹੋਵੇ, ਇਸ ਢੰਗ ਨਾਲ ਬੰਦੇ ਨੂੰ ਕੱਟ ਵੱਢ ਕੇ ਮਾਰਨਾ ਮੇਰੇ ਖਿਆਲ 'ਚ ਕਦੇ ਵੀ ਜਸਟੀਫਾਈ ਨਹੀਂ ਹੁੰਦਾ ਜੀ। ਤੇ ਇਹਦਾ ਸਿੱਧਾ ਅਸਰ, ਕਿਉਂਕਿ ਇਹ ਉਸ ਥਾਂ 'ਤੇ ਹੋਇਆ ਜਿੱਥੇ ਕਿ ਪਰਮਾਨੈਂਟ ਮੋਰਚਾ ਕਿਸਾਨਾਂ ਦਾ ਕਈ ਮਹੀਨਿਆਂ ਤੋਂ ਲੱਗਿਆ ਹੋਇਆ ਹੈ ਜੀ, ਸਿੱਧਾ ਅਸਰ ਉਹਦੇ 'ਤੇ ਪੈਂਦਾ ਹੈ। ਕਾਰਨ ਜਿਹੜਾ ਕਿਹਾ ਗਿਆ ਉਹ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਜੀ।
ਪਿਛਲੇ 6 ਸਾਲ ਤੋਂ ਇਹ ਸਾਰਾ ਜੋ ਨੈਰੇਟਿਵ ਹੈ ਇਹ ਵਾਪਰ ਰਿਹਾ ਹੈ। ਆਪਾਂ ਉਹਨੂੰ ਇੱਕ ਪਾਸੇ ਕਰੀਏ, ਫਿਲਹਾਲ ਆਪਾਂ ਸਿਰਫ ਗੱਲ ਇਹ ਕਰਾਂਗੇ ਕਿ ਇਹ ਕਤਲ ਨੂੰ ਆਪਾਂ ਸਾਰੇ ਫਰੇਮਵਰਕ 'ਚ ਰੱਖ ਕੇ ਕਿਸ ਤਰ੍ਹਾਂ ਅਸੈਸ ਕਰ ਸਕਦੇ ਹਾਂ। ਲਖੀਮਪੁਰ ਖੇੜੀ ਤੋਂ ਬਾਅਦ ਗਲੋਬਲ ਲੈਵਲ ਤੇ ਕਿਸਾਨੀ ਸੰਘਰਸ਼ ਦੇ ਪ੍ਰਤੀ ਸਪੋਰਟ ਹੋਰ ਬਹੁਤ ਜ਼ਿਆਦਾ ਵੱਧ ਗਈ ਸੀਗੀ। ਜਿਸ ਢੰਗ ਨਾਲ ਉਹ ਜੀਪ ਆਉਂਦੀ ਕਿਸਾਨਾਂ ਦੇ ਉੱਤੇ ਚੜ੍ਹਦੀ ਹੈ, ਉਹ ਆਲਮੋਸਟ ਇਸ ਤਰ੍ਹਾਂ ਹੀ ਹੈਵਾਨੀਅਤ ਦੀ ਘਟਨਾ ਸੀ ਆਪਣੇ ਆਪ ਦੇ ਵਿੱਚ ਜੀ। ਬਰੂਟਲ ਮਰਡਰ, ਉਹ ਵੀ ਬਰੂਟਲ ਸੀ, ਇਹ ਵੀ ਬਰੂਟਲ ਹੈ, ਲੇਕਿਨ ਇਹ ਘਟਨਾ ਉਹਨੂੰ ਓਵਰਟੇਕ ਕਰ ਦਿੰਦੀ ਹੈ, ਉਹਨੂੰ ਕਾਊਂਟਰ ਕਰਦੀ ਹੈ ਜੀ। ਸੋ ਜਿਹੜਾ ਫੋਕਸ ਸਾਰਾ ਸੀ ਲਖੀਮਪੁਰ ਖੇੜੀ ਤੇ ਇਨਸਾਫ ਦਿਵਾਉਣ ਦੀ ਗੱਲ, ਉਹ ਤੋਂ ਫੋਕਸ ਸ਼ਿਫਟ ਹੋ ਕੇ ਆ ਜਾਏਗਾ ਕਿਸਾਨ ਅੰਦੋਲਨ ਨੂੰ ਇਸ ਆੜ ਦੇ ਪਿੱਛੇ ਬਦਨਾਮ ਕਰਨ ਦਾ। ਜੀ। ਜਦੋਂ ਇਹ ਫਰੇਮਵਰਕ ਆਪਾਂ ਦੇਖੀਏ, ਫਿਰ ਲੱਗਦਾ ਹੈ ਕਿ ਇਹਦੇ ਪਿੱਛੇ ਡਿਜ਼ਾਈਨ ਤਾਂ ਨਹੀਂ ਕੋਈ ਸਾਜ਼ਿਸ਼ ਤਾਂ ਨਹੀਂ ਕਿਤੇ ਇਹਦੇ ਪਿੱਛੇ, ਸਾਜ਼ਿਸ਼। ਕਿਉਂਕਿ ਦੇਖਣਾ ਇਹ ਹੁੰਦਾ ਕਿ ਇਸ ਗੱਲ ਦਾ ਨੁਕਸਾਨ ਕਿਹਨੂੰ ਹੋ ਰਿਹਾ। ਨੁਕਸਾਨ ਕਿਸਾਨ ਅੰਦੋਲਨ ਨੂੰ ਹੀ ਹੋ ਰਿਹਾ ਪਰਤਵੇਂ ਰੂਪ 'ਚ। ਇਹਦੇ ਨਾਲ ਇਹ ਗੱਲ ਮੈਂ ਬਾਕੀ ਬਾਤ ਕਰੂੰਗਾ, ਪਹਿਲਾਂ ਇਹ ਗੱਲ ਮੈਂ ਹੋਰ ਕਲੀਅਰ ਕਰਨਾ ਚਾਹੁੰਦਾ ਜੀ। ਇਹ ਕਤਲ ਨਿਹੰਗਾਂ ਦੇ ਕੈਂਪ ਦੇ ਵਿੱਚ ਹੋਇਆ। ਨਿਹੰਗਾਂ ਨੇ ਓਨ ਕੀਤਾ, ਨਾਲ ਖੜੇ ਆ ਲਾਸ਼ ਦੇ, ਜਿਹੜੇ ਕਬੂਲ ਵੀ ਕੀਤਾ ਹੈ। ਓਨ ਕੀਤਾ, ਉਹ ਓਨ ਕਰ ਰਹੇ ਹੈ ਜੀ। ਉਹ ਕਹਿ ਰਹੇ ਆ ਕਿ ਅਸੀਂ ਠੀਕ ਕੀਤਾ ਹੈ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਤੇ ਅਸੀਂ ਮੌਕੇ ਤੇ ਹੀ ਇਹਦਾ ਬਦਲਾ ਲੈ ਲਿਆ, ਤੇ 6 ਸਾਲ ਤੋਂ ਇਹੀ ਕੁਝ ਹੋ ਰਿਹਾ ਸੀ। ਤੇ ਜੇ ਪਹਿਲਾਂ ਬਦਲਾ ਲਿਆ ਜਾਂਦਾ ਜਾਂ ਇਨਸਾਫ ਮਿਲਦਾ ਤੇ ਇਹ ਕੁਝ ਨਾ ਵਾਪਰਦਾ। ਜੀ। ਉਹ ਇਹ ਤਰਕ ਦਿੱਤਾ ਜਾ ਰਿਹਾ ਹੈ, ਇੱਕ ਤਰਕ ਦਿੱਤਾ ਜਾ ਰਿਹਾ ਜਾਂ ਡਿਫੈਂਸ ਲਈ ਜਾ ਰਹੀ ਹੈ। ਤਰਕ ਹਰ ਗੱਲ ਦਾ ਹੋਇਆ ਕਰਦਾ, ਨਹੀਂ, ਡਿਫੈਂਸ ਵੀ ਲਈ ਜਾਂਦੀ ਹੋ ਸਕਦੀ ਹੈ, ਡਿਫੈਂਸ ਵੀ ਲਈ ਜਾ ਸਕਦੀ ਹੈ ਜੀ। ਲੇਕਿਨ ਗੱਲ ਇਹ ਹੈ ਕਿ ਇਹ ਨਿਹੰਗ ਕੀ ਕਿਸਾਨ ਸਟਰਗਲ ਦਾ ਪਾਰਟ ਹੈ ਕਿ ਨਹੀਂ ਹੈ, ਇਹ ਵੱਡਾ ਸਵਾਲ ਹੈ। ਇਹ ਬਹੁਤ ਵੱਡਾ ਸਵਾਲ ਹੈ। ਜਿਸ ਦਿਨ ਦੇ ਇਹ ਨਿਹੰਗ ਸਿੰਘੂ ਬਾਰਡਰ ਤੇ ਆ ਕੇ ਬੈਠੇ ਹੈ, ਮੇਰੇ ਦਿਮਾਗ ਵਿੱਚ ਉਸ ਦਿਨ ਤੋਂ ਹੀ ਇਹ ਖਟਕਿਆ ਹੋਇਆ ਹੈ ਜੀ ਕਿ ਇਹਨਾਂ ਦਾ ਇੱਥੇ ਸੰਘਰਸ਼ ਦੇ ਵਿੱਚ ਕੀ ਰੋਲ ਹੈ। ਜਾਤੀ ਤੌਰ ਤੇ ਤੁਸੀਂ ਸੋਚਦੇ ਹੋ? ਮੈਂ ਜਾਤੀ ਤੌਰ ਤੇ, ਕਿਉਂਕਿ ਮੈਂ ਪਿਛਲੇ 40-42 ਸਾਲ ਤੋਂ ਪੰਜਾਬ ਦੀ ਸਿਆਸਤ ਦਾ ਵਿਦਿਆਰਥੀ ਹਾਂ। ਜੀ। ਬਤੌਰ ਪੱਤਰਕਾਰ ਤੁਸੀਂ ਕਵਰੇਜ ਕਰਦੇ ਹੋ, ਆਪਰੇਸ਼ਨ ਬਲੂ ਸਟਾਰ ਤੁਸੀਂ ਕਵਰ ਸਟੱਡੀ ਕੀਤਾ ਵੀ ਕੀਤੀ ਹੈ ਜੀ, ਪੱਤਰਕਾਰੀ ਤਾਂ ਕਰਦੇ ਹਾਂ। ਮੈਂ ਸਾਰੀ ਮੂਵਮੈਂਟ ਸਟੱਡੀ ਵੀ ਕੀਤੀ ਹੈ ਜੀ। ਤੇ ਇਹਨਾਂ ਲੋਕਾਂ ਦਾ ਰੋਲ ਟਾਈਮ ਟੂ ਟਾਈਮ ਸਾਹਮਣੇ ਆਉਂਦਾ ਰਿਹਾ ਉਸ ਨਿਹੰਗਾਂ ਦਾ ਜੀ। ਆਪਾਂ ਜੇ ਪਿੱਛੇ ਝਾਤ ਮਾਰੀਏ, ਬਲੂ ਸਟਾਰ ਤੋਂ ਬਾਅਦ ਜਦੋਂ ਅਕਾਲ ਤਖਤ ਦੀ ਰਿਪੇਅਰ ਸਰਕਾਰ ਨੇ ਕਰਾਈ, ਉਹ ਨਿਹੰਗਾਂ ਤੋਂ ਕਰਾਈ ਸੀ। ਬਿਲਕੁਲ। ਉਹ ਬੁੱਢਾ ਦਲ ਸੰਤ ਬਾਬਾ, ਮੈਂ ਸੰਤ ਲਫ਼ਜ਼ ਯੂਜ਼ ਨਹੀਂ ਕਰੂੰਗਾ, ਸੰਤਾ ਸਿੰਘ ਨੇ ਕਰਵਾਈ ਸੀ ਜੀ। ਸੋ ਇਹ ਪਿਛੋਕੜ ਕੰਟਰੋਵਰਸ਼ੀਅਲ ਇਹਨਾਂ ਲੋਕਾਂ ਦਾ ਰਿਹਾ ਹੈ। ਕੌਣ ਕਿਸ ਨੂੰ ਕਿਵੇਂ ਯੂਜ਼ ਕਰਦਾ ਹੈ ਜੀ, ਗੱਲ ਉਹ ਹੁੰਦੀ ਹੈ। ਇਮੀਡੀਏਟ ਇਹ ਹੈ ਕਿ ਇਹ ਨਹੀਂ ਕਿ ਇਹ ਜਸਟੀਫਾਈ ਕਰਨ ਦਾ ਕੋਈ ਆਰਗੂਮੈਂਟ ਹੈ ਜਾਂ ਗਲਤ ਹੈ, ਨੋ ਜੀ। ਇਹਦੇ ਪਿੱਛੇ ਇਹ ਹੈ ਕਿ ਓਵਰਆਲ ਇਹਦਾ ਇੰਪੈਕਟ ਕਿਸਾਨ ਸਟਰਗਲ ਤੇ ਕੀ ਹੋਏਗਾ ਤੇ ਇਹਦਾ ਗਲੋਬਲ ਲੈਵਲ ਤੇ ਮੈਸੇਜ ਕੀ ਜਾਏਗਾ। ਜੀ। ਇਸ ਇੰਸੀਡੈਂਟ ਦਾ ਇੱਕ ਬਹੁਤ ਵੱਡਾ ਨੁਕਸਾਨ ਮੇਰੇ ਖਿਆਲ ਦੇ ਵਿੱਚ ਕਿਸਾਨ ਸਟਰਗਲ ਨੂੰ ਹੋ ਸਕਦਾ ਹੈ। ਜੀ। ਜੇ ਲਗਾਤਾਰ ਗੌਰਮੈਂਟ ਦੀ ਇੰਟੈਂਸ਼ਨ ਇਹੀ ਸੀ ਕਿ ਕਿਸੇ ਢੰਗ ਨਾਲ ਇਹ ਸਟਰਗਲ ਖਤਮ ਕਰਵਾਈ ਜਾਏ ਬਿਨਾਂ ਗੱਲਬਾਤ ਤੋਂ, ਤੇ ਇਹ ਸਿਚੁਏਸ਼ਨ ਨੂੰ ਉਸ ਪਾਸੇ ਮੋੜਾ ਦਿੰਦਾ ਹੈ। ਮੈਂ ਹਜੇ ਇਹ ਨਹੀਂ ਕਹਿ ਰਿਹਾ ਕਿ ਕਿਹਨੇ ਕਰਵਾਇਆ, ਲੇਕਿਨ ਮੈਨੂੰ ਇਹ ਜ਼ਰੂਰ ਐਪਰੀਹੈਂਸ਼ਨ ਹੈ ਕਿ ਇਹ ਡਿਜ਼ਾਈਨ ਦਾ ਪਾਰਟ ਹੋ ਸਕਦਾ ਹੈ। ਜੀ। ਪਰ ਵੱਡਾ ਸਵਾਲ ਕਿਸਾਨ ਆਗੂਆਂ ਦੇ, ਖਾਸ ਕਰ ਰਾਕੇਸ਼ ਟਿਕੈਤ ਦੇ ਉੱਤੇ, ਬਲਬੀਰ ਸਿੰਘ ਰਾਜੇਵਾਲ ਦੇ, ਗੁਰਨਾਮ ਸਿੰਘ ਚੜੂਨੀ ਨੇ ਹਾਲੇ ਤਾਜ਼ਾ ਪਾਰਟੀ ਦਾ ਵੀ ਐਲਾਨ ਕੀਤਾ ਹੈ, ਇਹਨਾਂ ਦੇ ਉੱਤੇ ਪੈ ਰਿਹਾ। ਤੁਹਾਨੂੰ ਕੀ ਤੁਸੀਂ ਕੋਈ ਮਸ਼ਵਰਾ ਦੇ ਸਕਦੇ ਹੋ ਕਿ ਇਹਨਾਂ ਨੂੰ ਹੁਣ ਕਿਸ ਤਰ੍ਹਾਂ ਜਿਹੜਾ ਹੈ ਰਿਐਕਟ ਕਰਨਾ ਚਾਹੀਦਾ ਹੈ, ਜਾਂ ਕੀ ਰਣਨੀਤੀ ਬਣਾਉਣੀ ਚਾਹੀਦੀ ਹੈ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ? ਦੇਖੋ, ਇਹ ਜੇ ਆਪਾਂ ਕਹੀਏ ਬਿਲਕੁਲ ਦੋਸ਼ ਮੁਕਤ ਹੋ ਜਾਣਗੇ, ਮੇਰੇ ਖਿਆਲ 'ਚ ਨਹੀਂ ਹੋ ਸਕਦੇ, ਕਿਉਂਕਿ ਜਿਸ ਥਾਂ ਤੇ ਕਤਲ ਹੋਇਆ ਹੈ ਉੱਥੇ ਮੋਰਚਾ ਲੱਗਿਆ ਹੋਇਆ। ਬਿਲਕੁਲ। ਮਤਲਬ ਕਿ ਨਿਹੰਗ ਸਿੰਘਾਂ ਦੀ ਛਾਉਣੀ ਭਾਵੇਂ ਮੋਰਚੇ ਦਾ ਪਾਰਟ ਨਹੀਂ ਹੈ, ਬਟ ਇਹ ਮਕਸਦ ਤਾਂ ਉਸੇ ਵਾਸਤੇ ਬੈਠੇ ਨੇ। ਉਸੇ ਵਾਸਤੇ ਬੈਠੇ ਆ। ਆਏ ਉਦੋਂ ਸੀ ਜਦੋਂ ਇੱਥੇ ਕਿਸਾਨਾਂ ਨੇ ਆਪਦੇ ਡੇਰੇ ਲਾ ਲਏ। ਜੀ। ਜੇ ਆਪਾਂ ਪਿੱਛੇ ਝਾਤ ਮਾਰ ਕੇ ਪਹੁੰਚੇ ਕਿਸਾਨ ਸੀ ਆਪਣੀ ਹਿੰਮਤ ਨਾਲ ਉੱਥੋਂ ਤੱਕ ਪਹੁੰਚੇ, ਉਹ ਡੇਰੇ ਕਿਸਾਨਾਂ ਨੇ ਲਾਏ ਸੀ, ਤੇ ਮੁੜ ਕੇ ਜੋ ਆ ਕੇ ਲੋਕ ਬੈਠੇ ਨੇ ਜਾਂ ਜਿਹੜੀ ਤਾਕਤਾਂ ਬੈਠੀਆਂ ਨੇ ਉਹਨਾਂ 'ਚ ਇਹ ਵੀ ਸ਼ਾਮਲ ਨੇ। ਕੁਝ ਤਾਕਤਾਂ ਆਪਾਂ ਜੇ ਪਿੱਛੇ ਝਾਤ ਮਾਰੀਏ ਸ਼ੁਰੂ ਦੇ ਵਿੱਚ ਹੀ ਇਸ ਮੋਰਚੇ ਨੂੰ ਸਾਬੋਟੇਜ ਕਰਨ ਲੱਗੇ। ਬਿਲਕੁਲ। ਆਪਾਂ ਇਸ 'ਚ ਗੱਲ ਕਹਿਣ 'ਚ ਆਪਾਂ ਨੂੰ ਕੋਈ ਇਹ 'ਚ ਕੋਈ ਅਤਕਥਨੀ ਵੀ ਨਹੀਂ ਹੈ ਕਿ
ਲਾਲ ਕਿਲੇ ਵਾਲਾ ਜਿਹੜਾ ਇਨਸੀਡੈਂਟ ਹੋਇਆ 26 ਜਨਵਰੀ ਵਾਲਾ, ਤਾਂ ਉਹ ਵੀ ਇੱਕ ਤਰ੍ਹਾਂ ਨਾਲ ਟ੍ਰੇਲਰ ਹੀ ਸੀਗਾ ਇਸ ਤਰ੍ਹਾਂ ਦੀ ਮੈਂ ਉੱਥੇ ਘਟਨਾ ਆਉਣ ਦਾ। ਲੱਗਿਆ ਜੇ ਆਪਾਂ ਉਹ ਦੁਬਾਰਾ ਵੀਡੀਓਜ਼ ਦੇਖੇ ਲਾਲ ਕਿਲੇ ਵਾਲੀਆਂ, ਜੀ ਉੱਥੇ ਵੀ ਇਹੀ ਲੋਕ ਨਿਹੰਗ ਆਪਣੇ ਘੋੜੇ ਭਜਾਈ ਫਿਰਦੇ ਸੀ ਜੀ ਕਿ ਉੱਥੇ ਝੰਡਾ ਚਲਾਉਣ ਨਾਲ ਕਿਸਾਨ ਅੰਦੋਲਨ ਦੀ ਫਤਿਹ ਹੋ ਗਈ ਸੀ। ਅੰਦੋਲਨ ਕਿਸਾਨਾਂ ਦਾ ਹੈ। ਲਗਾਤਾਰ ਜਦੋਂ ਤੋਂ ਮੋਰਚਾ ਇਹ ਲੱਗਿਆ ਹੈ, ਇੱਕ ਸੈਕਸ਼ਨ ਇਹਨੂੰ ਸਾਬੋਟਾਜ ਕਰਨ ਲੱਗਿਆ ਹੋਇਆ। ਪਹਿਲਾਂ ਸ਼ੰਭੂ ਮੋਰਚਾ ਲੱਗਿਆ ਇਹਨਾਂ ਦੇ ਨਾਲ ਪੈਰਲਲ, ਜਿੱਥੇ ਏਜੰਡਾ ਲਿਆਂਦਾ ਗਿਆ ਫੈਡਰਲ ਸਟਰਕਚਰ ਤੇ ਅਨੰਦਪੁਰ ਸਾਹਿਬ ਦਾ ਮਤਾ, ਜਿਹਦਾ ਕਿਸਾਨੀ ਸੰਘਰਸ਼ ਨਾਲ ਕੋਈ ਸਿੱਧਾ ਰਿਸ਼ਤਾ ਨਹੀਂ ਸੀ। ਉਸ ਤੋਂ ਬਾਅਦ ਲਾਲ ਕਿਲੇ ਦੀ ਘਟਨਾ ਵਾਪਰੀ ਤੇ ਉਹਨੂੰ ਅੰਜਾਮ ਦੇਣ ਵਾਸਤੇ ਨਾਰਾ ਦਿੱਤਾ ਗਿਆ ਵੀ ਸਾਡਾ ਰੂਟ ਰਿੰਗ ਰੋਡ। ਉਹ ਪੁਲਿਸ ਨੇ ਉਹਨਾਂ ਨੂੰ ਐਸਾ ਰਸਤਾ ਦਿੱਤਾ, ਅੱਗੇ ਕਿਸੇ ਨੇ ਰੋਕਿਆ ਹੀ ਨਹੀਂ। ਮੈਂ ਵੀਡੀਓ ਦੇਖ ਰਿਹਾ ਸੀ ਜੀ, ਜਿਹੜੇ ਲੋਕ ਪਹਿਲਾਂ ਨਿਕਲੇ, ਟਾਈਮ ਤੋਂ ਪਹਿਲਾਂ ਨਿਕਲੇ, ਉਹ ਸਿੱਧੇ ਹੀ ਰਿੰਗ ਰੋਡ ਤੇ ਪਹੁੰਚ ਗਏ। ਪੁਲਿਸ ਨੇ ਰੋਕਿਆ ਹੀ ਨਹੀਂ। ਪੁਲਿਸ ਪਾਸੇ 26 ਜਨਵਰੀ ਦੀ ਗੱਲ ਕਰ ਰਹੇ ਤੁਸੀਂ? 26 ਜਨਵਰੀ ਜੀ। ਉਦੋਂ ਕਲੀਅਰ ਹੋ ਗਿਆ ਸੀ ਕਿ ਇਹ ਡਿਜ਼ਾਈਨ ਦਾ ਪਾਰਟ ਹੈ। ਮੇਰਾ ਇੱਕੋ ਹੀ ਸਵਾਲ ਹੈ ਜੀ ਕਿ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਚੜਾਉਣ ਨਾਲ ਇਸ ਕਿਸਾਨ ਸੰਘਰਸ਼ ਨੂੰ ਕੋਈ ਫਾਇਦਾ ਹੋਇਆ ਕਿ ਨੁਕਸਾਨ ਹੋਇਆ? ਸਾਰੇ ਹਿੰਦੁਸਤਾਨ 'ਚ ਰੌਲਾ ਪੈ ਗਿਆ। ਵਿਸ਼ਲੇਸ਼ਣ ਦਾ ਵਿਸ਼ਾ ਤਾਂ ਇਹੀ ਹੈ ਨਾ, ਵਿਸ਼ਾ ਇਹੀ ਕੋਈ ਵੀ ਗਤੀਵਿਧੀ ਕੀਤੀ ਗਈ ਹੈ ਉਹਦਾ ਜਿਸ ਮਕਸਦ ਨੂੰ ਲੈ ਕੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਨੂੰ ਕੋਈ ਲਾਭ ਮਿਲਿਆ ਜਾਂ ਨੁਕਸਾਨ ਹੋਇਆ, ਮਿਲਿਆ। ਦੋ ਹੀ ਗੱਲਾਂ ਨੇ। ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਬਈ ਤੁਸੀਂ ਨਿਸ਼ਾਨ ਸਾਹਿਬ ਇੱਥੋਂ ਹਰਤਾ ਪਿੱਛੇ ਲੈ ਜਾਓ। ਬੜਾ ਰੌਲਾ ਪਿਆ। ਉਹੀ ਸੈਕਸ਼ਨ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜੀ ਇਹ ਤਾਂ ਕਾਮਰੇਡ ਹੈ, ਹੁਣ ਵੀ ਚੱਲ ਰਹੇ ਹੋ ਜੀ, ਤੇ ਸਾਡੇ ਨਿਸ਼ਾਨ ਸਾਹਿਬ ਨੂੰ ਹਟਵਾਉਣਾ ਚਾਹੁੰਦੇ ਆ। ਕਿਸਾਨੀ ਸੰਘਰਸ਼ ਦੇ ਵਿੱਚ ਸਿਰਫ ਕਿਸਾਨੀ ਦੇ ਝੰਡੇ ਹੀ ਹੋਣੇ ਚਾਹੀਦੇ ਸੀਗੇ। ਹੁਣ ਇੱਥੇ ਨਿਗਾਰੇ ਡੇਰੇ ਕਿਉਂ ਲੱਗੇ ਹੋਏ ਆ? ਜੀ, ਇਹਨਾਂ ਦਾ ਕਿਸਾਨ ਸੰਘਰਸ਼ ਦੇ ਵਿੱਚ ਕੀ ਰੋਲ ਹੈ? ਇਹ ਗੱਲ ਸਾਰੀ ਵਾਚਣ ਵਾਲੀ ਹੈ ਤੇ ਮੇਰੇ ਖਿਆਲ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਨੂੰ ਚਾਹੀਦਾ ਹੈ ਕਿ ਕਿਸੇ ਢੰਗ ਨਾਲ, ਪਹਿਲਾਂ ਤਾਂ ਚਲੋ ਕੰਡੈਮ ਤਾਂ ਸਾਰਿਆਂ ਨੇ ਕਰਨਾ ਹੈ, ਉਹ ਤਾਂ ਰੂਟੀਨ ਹੈ। ਜੀ ਜੀ, ਇਹ ਕੁਐਸਚਨ ਕੀਤਾ ਜਾਵੇ ਨਿਹੰਗਾਂ ਨੂੰ, ਬਈ ਤੁਸੀਂ ਇੱਥੇ ਬੈਠ ਕੇ ਕੀ ਕਰਦੇ ਹੋ, ਤੁਹਾਡਾ ਕੀ ਰੋਲ ਹੈ? ਇੱਕ ਸੰਘਰਸ਼ ਦੇ ਕਿਸੇ ਵੀ ਢੰਗ ਨਾਲ ਸ਼ਾਮਲ ਨਹੀਂ ਉਹਦੇ ਵਿੱਚ, ਉੱਥੇ ਬੈਠੇ ਆ। ਹੁਣ ਇਹ ਸਾਰਾ ਕੁਝ ਉੱਥੇ ਵਾਪਰਿਆ ਉਹਨਾਂ ਦੇ ਡੇਰੇ 'ਚ। ਨੰਬਰ 2, ਮੇਰਾ ਇੱਕ ਆਬਜੈਕਸ਼ਨ ਬੜਾ ਸਿੱਧਾ ਜਿਹਾ ਇੱਕ ਹੋਰ ਹੈ, ਤੁਸੀਂ ਗ੍ਰੰਥ ਸਾਹਿਬ ਲੈ ਕੇ ਸੜਕ ਤੇ ਬੈਠੇ ਹੋ ਜੀ, ਕਿਉਂ? ਤੁਸੀਂ ਆਪ ਬੈਠਣਾ ਹੈ, ਉੱਥੇ ਬੈਠੋ, ਤੇ ਤੁਸੀਂ ਗ੍ਰੰਥ ਸਾਹਿਬ ਕਿਉਂ ਨਾਲ ਲਈ ਫਿਰਦੇ ਹੋ? ਜੇ ਕੋ ਵੀ ਨਿਹੰਗ ਨਾਲ ਲੈ ਕੇ ਚੱਲਦੇ ਆ, ਮੈਂ ਇਸ ਗੱਲ ਤੇ ਵੀ ਬਿਲਕੁਲ ਸਹਿਮਤ ਨਹੀਂ। ਗ੍ਰੰਥ ਸਾਹਿਬ ਨੂੰ ਬਾਇਜਤ ਗੁਰਦੁਆਰੇ ਦੇ ਵਿੱਚ ਰਹਿਣ ਦਿਓ, ਸਤਿਕਾਰ ਸਹਿਤ, ਜਿੱਥੇ ਮਰਿਆਦਾ ਹੈ। ਇੱਕ ਮਰਿਆਦਾ ਹੈ। ਹਾਂਜੀ, ਸੋ ਉਹ ਗੱਲਾਂ ਬਾਅਦ ਦੀਆਂ। ਮੇਰੇ ਖਿਆਲ ਦੇ ਵਿੱਚ ਹੁਣ ਕਿਸਾਨ ਮੋਰਚਾ ਨੂੰ ਸਿੱਧਾ ਚਾਹੀਦਾ ਕਿ ਇਹਨਾਂ ਨੂੰ ਇੱਕ ਤਾਂ ਇੱਥੋਂ ਉਠਵਾਉਣ। ਜੀ, ਨਿਹੰਗਾਂ ਨੂੰ ਇਹਨਾਂ ਦਾ ਕੋਈ ਉੱਥੇ ਰੋਲ ਨਹੀਂ ਤੇ ਇਹ ਗੱਲ ਸਪਸ਼ਟ ਕੀਤੀ ਜਾਵੇ ਸਰਕਾਰ ਵੱਲੋਂ ਕਿ ਜਿਸ ਬੰਦੇ ਨੇ ਇਹ ਕੰਮ ਕੀਤਾ ਹੈ ਉਹ ਕੌਣ ਹੈ, ਕਿੱਥੋਂ ਆਇਆ ਹੈ। FIR ਦਰਜ ਹੋ ਗਈ ਹੈ ਵੈਸੇ? FIR ਤਾਂ ਚਲੋ ਹੋ ਜਾਏ ਜੀ, ਪਰ ਇਹ ਇੱਕ ਜੀ ਜੀ ਤੁਹਾਡੀ ਗੱਲ, ਮੈਂ ਉਹ ਅੰਮ੍ਰਿਤਸਰ ਤੋਂ ਸਰਾਏ ਅਮਾਨਤ ਖਾਂ ਤੋਂ ਦੇ ਥਾਣੇ ਦੇ ਬਾਰਡਰ ਦੇ ਪਿੰਡ ਦਾ ਚੀਮਾ ਖੁਰਦਾ ਦੱਸਿਆ ਜਾ ਰਿਹਾ। ਹੁਣ ਉੱਥੋਂ ਚੱਲ ਕੇ ਬੰਦਾ ਇੱਕ ਨਿਹੰਗ ਦੇ ਕੱਪੜਿਆਂ ਦੇ ਵਿੱਚ ਸੀ, ਕਸ਼ਹਿਰਾ ਪਾਇਆ ਹੋਇਆ ਸੀ ਜੀ। ਇਹਦਾ ਮਤਲਬ ਕੋਈ ਡਿਜ਼ਾਈਨ ਦਾ ਪਾਰਟ ਹੈ, ਕੋਈ ਕਿਸੇ ਸਾਜ਼ਿਸ਼ ਦਾ ਪਾਰਟ ਹੈ। ਤੁਸੀਂ ਸਾਜ਼ਿਸ਼ ਵਰਤ ਲਓ, ਮੈਂ ਡਿਜ਼ਾਈਨ ਵਰਤ ਰਿਹਾ ਜੀ, ਕਿਸੇ ਸਾਜ਼ਿਸ਼ ਦਾ ਪਾਰਟ ਹੈ, ਕਿਉਂਕਿ ਉਹ ਨਿਹੰਗ ਬਣ ਕੇ ਆਇਆ ਜੀ, ਤਾਂ ਕਿ ਸ਼ੱਕ ਨਾ ਕੀਤਾ ਜਾ ਸਕੇ। ਪਰ ਮੀਡੀਆ ਦਾ ਇੱਕ ਹਿੱਸਾ ਇਹ ਵੀ ਖਬਰ ਨਸ਼ਰ ਕਰ ਰਿਹਾ ਹੈ ਕਿ ਉਹ ਨਸ਼ਾ ਕਰਨ ਦਾ ਆਦੀ ਸੀ ਜਾਂ ਸ਼ਾਇਦ ਮਾਨਸਿਕ ਸੰਤੁਲਨ ਠੀਕ ਨਹੀਂ ਸੀ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹਨੂੰ ਨਸ਼ਾ ਕਰਨ ਦੀ ਆਦਤ ਹੁੰਦੀ ਹੈ ਜਾਂ ਜਿਹੜਾ ਮਾਨਸਿਕ ਸੰਤੁਲਨ ਵਿਗੜਿਆ ਹੁੰਦਾ ਹੈ, ਉਹ ਗੁਰਦੁਆਰੇ 'ਚ ਕਿਉਂ ਜਾਂਦਾ ਹੈ? ਹਾਂ, ਉਹ ਧਾਰਮਿਕ ਬੇਅਦਬੀਆਂ ਹੀ ਕਿਉਂ ਕਰਦਾ ਇਹ ਹੈ? ਪਹਿਲਾਂ ਵੀ 2-3 ਵਾਰੀ ਗੱਲ ਪਿੱਛੇ ਅਨੰਦਪੁਰ ਸਾਹਿਬ, ਜਦੋਂ ਬੰਦਾ ਫੜਿਆ ਜਾਂਦਾ ਕਹੇ ਜੀ ਇਹ ਤਾਂ ਜੀ ਮਾਨਸਿਕ ਤੌਰ ਤੇ ਅਨੰਦਪੁਰ ਠੀਕ ਸਾਹਿਬ ਨਹੀਂ ਜਿਹੜਾ ਬੰਦਾ ਫੜਿਆ ਗਿਆ ਪਿੱਛੇ ਜੇ ਕੁਝ ਦਿਨ ਪਹਿਲਾਂ ਹੀ ਹਜੇ ਹੋਇਆ, ਜੀ, ਉੱਥੇ ਵੀ ਇਹੀ ਗੱਲ ਆਈ, ਕਹਿੰਦੇ ਜੀ ਇਹ ਤਾਂ ਮੈਂਟਲ ਇੰਬੈਲੈਂਸ ਹੈ। ਇਹ ਲੋਕ ਮੰਦਰ, ਚਰਚ ਜਾਂ ਮਸਜਿਦ 'ਚ ਕਿਉਂ ਨਹੀਂ ਜਾਂਦੇ? ਹਮੇਸ਼ਾ ਹੀ ਗੁਰਦੁਆਰੇ ਜਾਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗੁਰਦੁਆਰੇ ਜਾਂਦੇ ਆ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਆ।
ਮੈਂ ਸਰ ਜਗਤਾਰ ਸਿੰਘ ਜੀ, ਮੈਂ ਤੁਹਾਨੂੰ ਟੋਕ ਰਿਹਾ ਵੈਸੇ ਆਪਾਂ ਗੱਲ ਤਾਂ ਕਰ ਰਹੇ ਹਾਂ ਕਿ ਜੋ ਅੱਜ ਸਿੰਘੂ ਬਾਰਡਰ ਤੇ ਵਾਪਰਿਆ ਕਿ ਨਿਹੰਗ ਸਿੰਘਾਂ ਦੇ ਮੋਰਚੇ ਦੇ ਵਿੱਚ ਇੱਕ ਵਿਅਕਤੀ ਦਾ ਹੱਥ ਤੇ ਲੱਤ ਵੱਢ ਦਿੱਤੀ ਗਈ, ਮੁੜ ਕੇ ਉਹਦੀ ਮੌਤ ਹੋ ਗਈ ਹੈ ਤੇ ਮੁੜ ਕੇ ਆ ਚੀਜ਼ਾਂ ਆ ਰਹੀਆਂ ਨੇ। ਪਰ ਜਦੋਂ 6 ਸਾਲ ਪਹਿਲਾਂ, ਹਾਲੇ 14 ਅਕਤੂਬਰ ਨੂੰ ਹੀ 6 ਸਾਲ ਪੂਰੇ ਹੋਏ ਨੇ ਬਹਿਬਲ ਕਲਾਂ ਗੋਲੀकांड ਨੂੰ, ਤੇ ਉਸ ਤੋਂ ਪਹਿਲਾਂ 2 ਜੂਨ ਨੂੰ ਜਦੋਂ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਪਾਵਨ ਸਰੂਪ ਚੋਰੀ ਹੁੰਦੇ ਨੇ ਬੁਰਜਵਾਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ, ਉਸ ਤੋਂ ਬਾਅਦ ਜੋ ਤੂਫਾਨ ਪੰਜਾਬ 'ਚ ਆਇਆ, ਪੰਜਾਬ ਦੀ ਰਾਜਨੀਤੀ 'ਚ ਆਇਆ, ਪੰਜਾਬ ਦੀਆਂ ਸਰਕਾਰਾਂ ਬਦਲਦੀਆਂ ਨੇ। ਹਾਲੇ ਪਿਛਲੇ ਮਹੀਨੇ ਮੁੱਖ ਮੰਤਰੀ ਜਿਹੜਾ ਬਦਲਿਆ ਗਿਆ, ਉਹਦੇ ਪਿੱਛੇ ਵੀ ਇੱਕ ਵੱਡਾ ਕਾਰਨ ਰਿਹਾ ਕਿ ਬੇਅਦਬੀ ਦਾ ਇਨਸਾਫ ਨਹੀਂ, ਗੋਲੀकांड ਦਾ ਇਨਸਾਫ ਨਹੀਂ। ਕੀ ਇਹ ਇੱਕ ਹੰਡਿਆ ਵਰਤਿਆ ਕਿਤੇ ਟੂਲ ਤਾਂ ਨਹੀਂ ਬਣ ਗਿਆ ਕਿ ਬੇਅਦਬੀ ਕਰ ਦਿਓ ਗੁਰੂ ਗ੍ਰੰਥ ਸਾਹਿਬ ਦੀ, ਤੇ ਸਿੱਖ ਬਹੁਤ 5-6 ਸਾਲ ਜਿਹੜਾ ਲਗਾ ਦਿੰਦੇ ਨੇ, 10 ਸਾਲ ਲਗਾ ਦਿੰਦੇ ਨੇ, ਜਿਹੜਾ ਇਸ 'ਤੇ ਤੂਫਾਨ ਖੜਾ ਹੋ ਜਾਂਦਾ ਸਿੱਖ ਰਾਜਨੀਤੀ ਦੇ ਵਿੱਚ। ਇਸ ਜਿਹੜੀ ਮੈਂਟੈਲਿਟੀ ਹੈ ਇਨਸਾਫ ਨਹੀਂ ਦੇਣਾ ਜੀ, ਇਹਨੇ ਪਹਿਲਾਂ ਪੰਜਾਬ ਵਿੱਚ 15 ਸਾਲ ਸੰਤਾਪ ਭੁਗਤਿਆ ਹੈ ਜੀ, ਜਿਹਨੂੰ ਕੁਝ ਲੋਕ ਕਹਿੰਦੇ ਆ ਕਿ ਜੀ ISI ਦੇ ਪਿੱਛੇ ਸੀ, ਕੁਝ ਕਹਿੰਦੇ ਵੀ ਆਪਰੇਸ਼ਨ ਬਲੂ ਸਟਾਰ ਤੇ ਦਿੱਲੀ ਕਤਲੇਆਮ ਦੀ ਗੱਲ ਕਰ ਰਹੇ ਹੋ ਤੁਸੀਂ। ਮੈਂ ਸਾਰੀ ਹੀ ਜਿਹੜੀ ਪੰਜਾਬ 'ਚ ਮਿਲੀਟੈਂਸੀ ਰਹੀ ਹੈ ਜੀ, ਜੀ, ਉਹਦੀ ਜੜ ਦੇ ਵਿੱਚ ਕੀ ਸੀ। ਜੀ, ਨਰਕਾਰੀ ਕਾਂਡ 13 ਅਪ੍ਰੈਲ 1978, ਜੀ, ਉਹਦਾ ਇਨਸਾਫ ਨਾ ਮਿਲਣਾ ਕਾਰਨ ਬਣਿਆ, ਨਤੀਜਾ ਨਿਕਲਿਆ ਆਪਰੇਸ਼ਨ ਬਲੂ ਸਟਾਰ। ਉੱਥੋਂ ਚਲਦੀ ਗੱਲ ਬਦਲਾ ਲੈ ਲਿਆ। ਪਹਿਲਾ ਕੇਸ ਮਿਲੀਟੈਂਸੀ ਦਾ ਜੀ, ਉਸ ਪੀਰੀਅਡ ਦਾ ਨਰਕਾਰੀ ਚੀਫ ਗੁਰਬਚਨ ਸਿੰਘ ਦਾ ਕਤਲ ਸੀ, ਭਾਈ ਰਣਜੀਤ ਸਿੰਘ ਨੇ ਕੀਤਾ ਸੀ ਜੀ। ਉੱਥੋਂ ਉਹ ਨੈਰੇਟਿਵ ਸ਼ੁਰੂ ਹੁੰਦਾ ਹੈ। ਹੁਣ ਸਿਚੁਏਸ਼ਨ ਬਗਾੜੀ ਤੇ ਵੀ ਉਹੀ ਹੈ ਕਿ 6 ਸਾਲ ਬਾਅਦ ਵੀ ਜੀ ਇਨਸਾਫ ਨਹੀਂ ਮਿਲਿਆ। ਔਰ ਇੰਤਹਾ ਇਹ ਹੈ ਕਿ ਉਸ ਵੇਲੇ ਸਰਕਾਰ ਕਾਲੀਆਂ ਦੀ ਸੀ, ਤੇ ਜਦੋਂ ਬਹਿਬਲ ਕਲਾਂ ਗੋਲੀ ਚੱਲੀ, ਉਹਦਾ FIR ਜਦੋਂ ਕੱਟਿਆ ਗਿਆ, ਉਹਦੇ 'ਚ ਪਹਿਲੀ ਵਾਰੀ ਮੈਨੂੰ ਸਮਝ ਆਈ ਕਿ ਪੁਲਿਸ ਅਣਪਛਾਤੀ ਵੀ ਹੁੰਦੀ ਹੈ। ਜੀ, ਸੋ ਲਗਾਤਾਰ ਇਨਸਾਫ ਨਹੀਂ ਮਿਲ ਰਿਹਾ, ਤੇ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਨੈਰੇਟਿਵ ਹੈ ਇਹਦਾ ਕਲੋਜ਼ਰ ਬਹੁਤ ਜ਼ਰੂਰੀ ਹੈ। ਜੀ, ਪਹਿਲਾਂ ਅਕਾਲੀਆਂ ਤੇ ਇਹ ਬਹੁਤ ਵੱਡਾ ਕਾਲਾ ਧੱਬਾ ਲੱਗਿਆ ਹੋਇਆ, ਜੀ, ਜਿਹੜਾ ਉਹਨਾਂ ਤੋਂ ਨਹੀਂ ਮਿਟ ਰਿਹਾ, ਉਹਨੂੰ ਬਟਾਉਣ ਲਈ ਇੱਧਰ ਉੱਧਰ ਹੁਣ ਭੱਜੇ ਫਿਰਦੇ ਆ। ਜੀ, ਦੂਸਰੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਇਸੇ ਹੀ ਇਸ਼ੂ ਤੇ ਗਈ। ਜੀ, ਇਸ ਇਸ਼ੂ ਨੇ ਇਹਨਾਂ ਦੇ ਖਿਲਾਫ ਜਿਹੜੀ ਬਗਾਵਤ ਸੀ, ਮੁੱਖ ਮੰਤਰੀ ਦੀ ਕੁਰਸੀ ਗਈ। ਜੀ, ਉਹਨੂੰ ਪ੍ਰੈਸੀਪੀਟੇਟ ਕੀਤਾ। ਜਦੋਂ ਹਾਈ ਕੋਰਟ ਦੀ ਵਰਡਿਕਟ ਆ ਗਈ, ਨਾਲ ਹੀ ਰੌਲਾ ਪੈ ਗਿਆ ਜੀ, ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ। ਜੀ, ਹੁਣ ਅਗਲਾ ਕੇਸ ਇਹ ਹੈ ਕਿ ਇਹ ਜੋ ਕਤਲ ਹੋਇਆ ਕਿਸਾਨ ਸੰਘਰਸ਼ ਨੂੰ ਲੈ ਬੈਠੇਗਾ। ਇਹ ਵੱਡਾ ਸਵਾਲ ਹੈ। ਸਭ ਤੋਂ ਵੱਡਾ ਸਵਾਲ ਇਹ ਹੈ, ਤੇ ਇਹਦੇ ਬਾਰੇ ਕਿਸਾਨ ਸੰਘਰਸ਼ ਨੂੰ ਹੁਣ ਆਰਾਮ ਨਾਲ ਬੈਠ ਕੇ ਇਹਦੇ ਵਿੱਚੋਂ ਰਸਤਾ ਆਪਣਾ ਕੱਢਣਾ ਪਏਗਾ। ਇਹ ਚੈਲੰਜ ਕਿਸਾਨ ਸੰਘਰਸ਼ ਵਾਸਤੇ ਬਹੁਤ ਵੱਡਾ ਹੈ, ਔਰ ਕਿਸਾਨ ਸੰਘਰਸ਼ ਦੇ ਜਿਹੜੇ ਗਲੋਬਲ ਲੈਵਲ ਤੇ ਹਮਦਰਦ ਬੈਠੇ ਹੈ, ਉਹਨਾਂ ਵਾਸਤੇ ਬਹੁਤ ਵੱਡਾ ਸੰਘਰਸ਼ ਹੈ, ਕਿਉਂਕਿ ਇਹਨਾਂ ਦੇ ਗਲ ਇੱਕ ਮਰਿਆ ਸੱਪ ਪੈ ਗਿਆ। ਜੀ, ਕਿਉਂਕਿ ਮਰਿਆ ਸੱਪ ਪੈ ਗਿਆ, ਜੋ ਕਿ ਡੈਂਟ ਪੈ ਗਿਆ। ਜੇਕਰ ਕੱਲ੍ਹ ਨੂੰ ਹੁਣ ਦੁਬਾਰਾ ਡਾਇਲੌਗ ਸ਼ੁਰੂ ਹੁੰਦਾ ਕੇਂਦਰ ਦੇ ਨਾਲ, ਕੇਂਦਰ ਸਰਕਾਰ ਦੇ ਨਾਲ, ਜਾਂ ਖੇਤੀ ਮੰਤਰੀ ਦੇ ਨਾਲ, ਜਾਂ ਹੋ ਸਕੇ ਸੰਭਵ ਕਿ ਪ੍ਰਧਾਨ ਮੰਤਰੀ ਤੱਕ ਤਾਂ ਹੁਣ ਮੇਰੇ ਗੱਲ ਜਾਣੀ ਬਹੁਤ ਘੱਟ ਰਹਿ ਗਈ ਹੈ, ਕਿਉਂਕਿ ਉਹਨੇ ਕਹਿਣਾ ਇਹ ਲੋਕ ਤਾਂ ਕਾਤਿਲ ਹੈ, ਮੈਂ ਇਨਸੇ ਬਾਤ ਨਹੀਂ ਕਰੂੰਗਾ। ਬੰਦੇ ਨੂੰ ਕਹਿਣ ਨੂੰ ਸਿੱਧਾ ਆ ਜਾਂਦਾ ਹੈ, ਪਰ ਉਹ ਜਿਹੜੀ ਸੇ ਹੈ ਉਹ ਨਹੀਂ ਰਹਿਣੀ ਹੈਗੀ ਪਹਿਲਾਂ ਵਾਲੀ। ਜੋ ਜੇ ਤੁਸੀਂ ਮੈਂ ਇਸੇ ਕਰਕੇ ਕਹਿ ਰਿਹਾ ਕਿ ਮਰਿਆ ਸੱਪ ਗਲ ਪੈ ਗਿਆ, ਇਹ ਘਟਨਾ ਜਿਹੜੀ ਮਰਿਆ ਸੱਪ ਹੈ ਇੱਕ, ਇਹ ਇਸੇ ਕਰਕੇ ਮੈਂ ਕਹਿ ਰਿਹਾ ਕਿ ਪਹਿਲਾਂ ਸਭ ਤੋਂ ਅੱਜ ਦੇ ਦਿਨ ਹੀ ਇਹਨਾਂ ਨੂੰ ਆਪਣਾ ਪੂਰੀ ਤਰ੍ਹਾਂ ਨਿਖੇੜਾ ਨਿਹੰਗਾਂ ਨਾਲੋਂ ਕਰ ਲੈਣਾ ਚਾਹੀਦਾ ਹੈ, ਜਾਂ ਜੋ ਵੀ ਘਟਨਾ ਲਈ ਜ਼ਿੰਮੇਵਾਰ ਨੇ। ਆਪਾਂ ਨਹੀਂ ਕਹਿੰਦੇ ਨਿਹੰਗਾਂ ਲਈ ਕਰਨ ਨਾਲ ਮੈਂ ਬਿਲਕੁਲ ਕੈਟੇਗੋਰਿਕ ਹੈ। ਜੀ, ਜੀ, ਤੁਸੀਂ ਨਾ ਕਹੋ, ਮੈਂ ਕਹਿੰਦਾ ਜੀ, ਜੀ, ਆਪਣੀ ਜ਼ਿੰਮੇਵਾਰੀ ਦੇ ਕਹਿਣਾ ਇਹਨਾਂ ਨੂੰ ਬਿਲਕੁਲ ਕੈਟੇਗੋਰਿਕ ਆਪਣੇ ਆਪ ਨੂੰ ਉਹਨਾਂ ਤੋਂ ਵੱਖ ਕਰਨਾ ਚਾਹੀਦਾ ਜੀ, ਜਿਨ੍ਹਾਂ ਦਾ ਕੋਈ ਰੋਲ ਨਹੀਂ ਹੈ ਜੀ, ਤੇ ਉਹਨਾਂ ਨੂੰ ਕਲੀਅਰ ਅੱਜ ਇੰਸਟਰਕਸ਼ਨ ਦੇ ਦੇਣ ਕਿ ਤੁਸੀਂ ਆਪਣਾ ਬੋਰੀਆ ਬਿਸਤਰਾ ਚੱਕੋ ਤੇ ਵਾਪਸ ਜਾਓ। ਹਾਂ, ਨਹੀਂ ਤਾਂ ਜੋ ਅੱਜ ਘਟਨਾ ਇਹ ਜਿੰਨੀ ਦਿਲ ਕੰਬਾਊ ਘਟਨਾ ਵਾਪਰੀ ਹੈ, ਤੇ ਅਗਰ ਇਸ ਤਰ੍ਹਾਂ ਦੀ ਘਟਨਾ ਅਗਲੇ ਦਿਨਾਂ 'ਚ ਕੋਈ ਹੋਰ ਵਾਪਰ ਜਾਂਦੀ ਹੈ, ਤਿਉਹਾਰਾਂ ਦੇ ਦਿਨ ਨੇ, ਤੇ ਵੈਸੇ ਵੀ ਜਿਹੜਾ ਹੈਗਾ ਅੱਗੇ ਜਿਹੜਾ 1 ਸਾਲ ਪੂਰਾ ਹੋਣ ਜਾ ਰਿਹਾ ਹੈ ਕਿਸਾਨ ਸੰਘਰਸ਼ ਨੂੰ, ਨਵੰਬਰ ਦੇ ਆਖਰੀ ਹਫ਼ਤੇ ਦੇ ਵਿੱਚ, ਤਾਂ ਇਸ ਇਵੈਂਟ ਨੂੰ ਮਾਰਕ ਕਰਨ ਦੀ ਬਜਾਏ, ਇਸ ਇਵੈਂਟ ਦੇ ਵੱਲ ਵਧਣ ਦੀ ਬਜਾਏ ਸਫਲਤਾਪੂਰਵਕ ਇਸ ਤਰ੍ਹਾਂ ਦੀਆਂ ਜੋ ਰਸਤੇ 'ਚ ਘਟਨਾਵਾਂ ਵਾਪਰਦੀਆਂ ਜਾ ਰਹੀਆਂ ਨੇ, ਤਾਂ ਇਹ ਜ਼ਿਆਦਾ ਚਿੰਤਤ ਕਰ ਰਹੀਆਂ ਨੇ। ਨਹੀਂ, ਇਸ ਤੋਂ ਵੱਡੇ ਕਾਰਨ ਵੀ ਹੈਗੇ ਕਿ ਯੂਪੀ ਦੀ ਇਲੈਕਸ਼ਨ ਆ ਰਹੀ ਹੈ, ਪੰਜਾਬ ਮੈਟਰ ਨਹੀਂ ਕਰਦਾ। ਜੀ, ਯੂਪੀ ਦੇ ਵਿੱਚ ਕਿਸਾਨੀ ਇਸ ਵੇਲੇ BJP ਦੇ ਖਿਲਾਫ ਖੜੀ ਹੋ ਰਹੀ ਹੈ। ਬਿਲਕੁਲ। ਜਦੋਂ ਮੈਂ ਡਿਜ਼ਾਈਨ ਦੀ ਗੱਲ ਕਰਦਾ ਜੀ, ਕਿ ਇਸ ਸ਼ਕਲ ਨੂੰ ਬਦਨਾਮ ਕਰਕੇ ਖਤਮ ਕੀਤਾ ਜਾਵੇ, ਜੀ, ਕਿ ਇਹ ਯੂਪੀ ਦੀ ਇਲੈਕਸ਼ਨ ਦਾ ਪਾਰਟ ਤਾਂ ਨਹੀਂ ਕਿਤੇ, ਆਪਾਂ ਗੱਲ ਸਿੱਧੀ ਕਰੀਏ। ਜੀ, ਜੀ, ਜੀ। ਸੋ ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖਣੀਆਂ ਪੈਣਗੀਆਂ। ਇਹਨਾਂ ਦੇ ਮੱਦੇਨਜ਼ਰ
ਕਿਸਾਨਾਂ ਨੂੰ, ਕਿਸਾਨ ਸੰਘਰਸ਼ ਨੂੰ ਆਪਣਾ ਫੈਸਲਾ ਲੈਣਾ ਪੈਣਾ ਹੈ ਕਿ ਜਿਹੜੀਆਂ ਤਾਕਤਾਂ ਤੁਹਾਨੂੰ ਲੱਗਦਾ ਹੈ ਕਿ ਇਸ ਸੰਘਰਸ਼ ਨੂੰ ਸਾਬੋਟੇਜ ਕਰ ਸਕਦੀਆਂ, ਉਹਨਾਂ ਦਾ ਨਿਖੇੜਾ ਕਰਨਾ ਇਸ ਸਟੇਜ ਤੇ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਅਸੀਂ ਗੱਲਬਾਤ ਕੀਤੀ ਹੈ ਸਿੰਘੂ ਬਾਰਡਰ ਦੇ ਉੱਤੇ ਜੋ ਨਿਹੰਗ ਸਿੰਘਾਂ ਦੀ ਛਾਉਣੀ ਦੇ ਵਿੱਚ ਹੋਇਆ ਇੱਕ ਕਤਲ ਦੱਸਿਆ ਜਾ ਰਿਹਾ ਹੈ ਕਿ ਉੱਥੇ ਹੋਇਆ ਹੈ, ਉਸ ਵਿਅਕਤੀ ਦੇ ਕੇਸ ਨੂੰ ਲੈ ਕੇ ਅਸੀਂ ਗੱਲ ਸ਼ੁਰੂ ਕੀਤੀ ਹੈ, ਪਰ ਉਸ ਦੇ ਦੁਆਲੇ ਜਿਹੜੀ ਹੈਗੀ ਹੈ ਕਿਸਾਨ ਸਿਆਸਤ ਜਾਂ ਕਿਸਾਨ ਸੰਘਰਸ਼, ਕਿਸਾਨ ਅੰਦੋਲਨ ਦੇ ਉੱਤੇ ਪਰਤਵਾਂ ਇਹਦਾ ਕੀ ਪ੍ਰਭਾਵ ਪੈਣਾ ਹੈ, ਉਹਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ। ਤੇ ਕੌਮਾਂਤਰੀ ਪੱਧਰ ਦੇ ਉੱਤੇ ਅਜਿਹੀਆਂ ਘਟਨਾਵਾਂ ਕੀ ਅਕਸ ਪੇਸ਼ ਕਰ ਰਹੀਆਂ ਨੇ, ਇਹ ਜ਼ਿਆਦਾ ਸੋਚਣ ਲਈ ਮਜਬੂਰ ਕਰਨ ਵਾਲੀ ਗੱਲ ਵੀ ਹੈ। ਤੇ ਨਾਲ ਇਹ ਗੱਲ ਸੋਚਣ ਲਈ ਵੀ ਮਜਬੂਰ ਕਰਨ ਦਾ ਸਮਾਂ ਆ ਗਿਆ ਹੈ, ਮਜਬੂਰ ਹੋਣ ਦਾ ਸਮਾਂ ਆ ਗਿਆ ਹੈ ਕਿ ਕਿਸਾਨ ਆਗੂ ਹੁਣ ਕੀ ਰਣਨੀਤੀ ਸਟੀਕ ਤੇ ਸਪਸ਼ਟ ਬਣਾਉਂਦੇ ਨੇ, ਜੋ ਕਿ ਉਹਨਾਂ ਲਈ ਬਹੁਤ ਜ਼ਰੂਰੀ ਹੋ ਗਿਆ। ਸਾਡੇ ਨਾਲ ਨਿਊਜ਼ ਰੂਮ 'ਚ ਬਣੇ ਹੋਏ ਸੀਗੇ ਸਰ ਜਗਤਾਰ ਸਿੰਘ, ਜੋ ਕਿ ਨਾਮਵਰ ਪੱਤਰਕਾਰ ਨੇ। ਸਾਡੇ ਨਾਲ ਬਣਨ ਵਾਸਤੇ ਬਹੁਤ ਸ਼ੁਕਰੀਆ ਸਰ। ਥੈਂਕ ਯੂ। ਸ਼ੁਕਰੀਆ ਜੀ।